ਹੈਲੋ ਸਟੂਡੈਂਟ, ਅੱਜ ਆਪਾਂ ਗੋਪੀ ਤੇ ਤੋਤਾ ਤੋਤੀ ਦੀ ਹੱਡ ਬੀਤੀ। ਮਤਲਬ ਗੋਪੀ ਇੱਕ ਮੁੰਡਾ ਹੈ ਜੋ ਕਿ 7ਵੀਂ ਕਲਾਸ ਵਿੱਚ ਪੜ੍ਹਦਾ ਹੈ ਤੇ ਉਹਨੂੰ ਤੋਤੇ ਤੋਤੀਆਂ ਕਬੂਤਰ ਮਤਲਬ ਜਿਹੜੇ ਸੀਗੇ ਪੰਛੀ ਰੱਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਉਹ ਉਹਨਾਂ ਨੂੰ ਪਿੰਜਰੇ ਵਿੱਚ ਕੈਦ ਕਰਕੇ ਰੱਖਦਾ ਸੀ। ਗੋਪੀ ਨਾਲ ਕੀ ਹੋਇਆ ਤੇ ਤੋਤਾ ਤੋਤੀ ਨਾਲ ਕੀ ਹੋਇਆ, ਉਹਦੀ ਹੱਡ ਬੀਤੀ ਇਸ ਪਾਠ ਵਿੱਚ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਕੀ ਸੀਨ ਹੈ ਕਿ ਇੱਕ ਮਾਸਟਰ ਜੀ ਨੇ ਉਹ ਬੱਚਿਆਂ ਨੂੰ ਪੁੱਛਦੇ ਨੇ ਕਿ ਸਾਡੇ ਘਰਾਂ ਵਿੱਚ ਅਸੀਂ ਪਾਲਤੂ ਪੰਛੀ ਕਿਹੜੇ ਪੰਛੀ ਦੇ ਜਾਨਵਰ ਰੱਖਦੇ ਹਾਂ। ਤਾਂ ਅਲੱਗ-ਅਲੱਗ ਬੱਚੇ ਅਲੱਗ-ਅਲੱਗ ਆਨਸਰ ਦਿੰਦੇ ਹਨ, ਜਿਵੇਂ ਗਾਂ, ਮੱਝ, ਬੱਕਰੀ, ਘੋੜਾ, ਕੁੱਕੜ, ਕੁੱਕੜੀਆਂ, ਕਬੂਤਰ, ਤੋਤਾ, ਕੁੱਤਾ। ਮਤਲਬ ਇਹਨਾਂ ਸਾਰੇ ਜਾਨਵਰਾਂ ਪੰਛੀਆਂ ਦੇ ਨਾਮ ਦੱਸ ਦਿੰਦੇ ਨੇ ਜੋ ਕਿ ਆਪਾਂ ਆਪਣੇ ਘਰਾਂ ਵਿੱਚ ਰੱਖਦੇ ਹਾਂ। ਇਸ ਤਰ੍ਹਾਂ ਮਾਸਟਰ ਜੀ ਕਹਿ ਦਿੰਦੇ ਕਿ ਹਾਂਜੀ ਬਿਲਕੁਲ, ਜਵਾਬ ਬਿਲਕੁਲ ਸਹੀ ਹੈ। ਤਾਂ ਮਤਲਬ ਇੱਕ ਬੱਚਾ ਕਹਿੰਦਾ ਹੈ ਕਿ ਮਾਸਟਰ ਜੀ ਅਕਸਰ ਘਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਜਿਹੜੇ ਤੋਤੇ ਨੇ ਉਹ ਪਿੰਜਰੇ ਵਿੱਚ ਬੰਦ ਹੁੰਦੇ ਨੇ, ਕੀ ਤੋਤਾ ਨੂੰ ਘਰਾਂ ਵਿੱਚ ਰੱਖਣਾ ਚਾਹੀਦਾ ਹੈ? ਤਾਂ ਮਾਸਟਰ ਜੀ ਕਹਿੰਦੇ ਨੇ ਕਿ ਤੁਸੀਂ ਮੈਨੂੰ ਇਸ ਗੱਲ ਦਾ ਆਨਸਰ ਦਿਓ ਕਿ ਤੁਸੀਂ ਪੂਰੀ ਤਰ੍ਹਾਂ ਸਹਿਮਤ ਹੋ ਇਸ ਗੱਲ ਵਿੱਚ ਜਿਹੜੇ ਅੰਬਰਾਂ ਵਿੱਚ ਉਡਾਰੀ ਲਾਉਣ ਵਾਲੇ ਪੰਛੀ ਨੇ ਉਹਨਾਂ ਨੂੰ ਪਿੰਜਰੇ ਵਿੱਚ ਕੈਦ ਕਰਨਾ ਚਾਹੀਦਾ ਹੈ। ਤਾਂ ਕਈ ਬੱਚੇ ਤਾਂ ਜਿਨ੍ਹਾਂ ਦਾ ਸ਼ੌਂਕ ਹੁੰਦਾ ਉਹ ਤਾਂ ਕਹਿੰਦੇ ਹਾਂਜੀ ਬਹੁਤ ਵਧੀਆ ਹੈ, ਕਈ ਉਸ ਦਾ ਆਨਸਰ ਨਾ ਵਿੱਚ ਦਿੰਦੇ ਨੇ। ਤਾਂ ਮਾਸਟਰ ਜੀ ਉਹਨਾਂ ਨੂੰ ਸਮਝਾਉਂਦੇ ਹਨ ਕਿ ਪਿੰਜਰੇ ਵਿੱਚ ਕੈਦ ਕਰਨਾ ਸਭ ਤੋਂ ਵੱਡਾ ਜੁਰਮ ਹੁੰਦਾ ਹੈ, ਮਨੁੱਖਤਾ ਲਈ ਇਹ ਮਹਾਪਾਪ ਵੀ ਹੈ। ਕਿਸੇ ਵੀ ਪੰਛੀ ਨੂੰ ਜਾਂ ਜਾਨਵਰ ਨੂੰ ਅਸੀਂ ਆਪਣੇ ਸ਼ੌਂਕ ਵਾਸਤੇ ਪਿੰਜਰੇ ਵਿੱਚ ਕੈਦ ਨਹੀਂ ਕਰ ਸਕਦੇ। ਤਾਂ ਇੱਕ ਬੱਚਾ ਦੱਸਦਾ ਹੈ ਕਿ ਮਤਲਬ ਕਿਸੇ ਦੇ ਘਰ ਤੋਤਾ ਰੱਖਿਆ ਹੈ, ਉਹ ਟਰੈਂ ਕਰਦਾ ਹੈ, ਰਾਖੀ ਵੀ ਕਰਦਾ ਹੈ, ਸਾਡੇ ਨਾਲ ਗੱਲਾਂ ਵੀ ਕਰਦਾ ਹੈ। ਤਾਂ ਉਹ ਪਾਲਤੂ ਪੰਛੀ ਨਹੀਂ ਹੁੰਦੇ ਕਿ ਉਹਨਾਂ ਨੂੰ ਬੰਦ ਕਰਕੇ ਰੱਖਣਾ ਮਹਾਪਾਪ ਹੈ? ਉਹਨਾਂ ਨੂੰ ਚੂਰੀਆਂ ਖਵਾਈਆਂ ਜਾਂਦੀਆਂ, ਕਾਜੂ ਬਦਾਮ ਖਵਾਈ ਜਾਂਦੇ ਨੇ। ਤਾਂ ਮਾਸਟਰ ਜੀ ਦੱਸਦੇ ਨੇ ਕਿ ਇਹਦੇ ਨਾਲ ਇੱਕ ਸੰਬੰਧਿਤ ਇੱਕ ਕਹਾਣੀ ਹੈ, ਉਹ ਸੁਣੋ ਕੀ ਹੈ। ਕਿ ਇੱਕ ਪਿੰਡ ਵਿੱਚ ਗੋਪੀ ਨਾਮ ਦਾ ਲੜਕਾ ਰਹਿੰਦਾ ਸੀ ਜੋ ਕਿ 7ਵੀਂ ਜਮਾਤ ਦਾ ਵਿਦਿਆਰਥੀ ਸੀ। ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਘਰੋਂ ਬਹੁਤ ਵਧੀਆ ਸੀ, ਮਤਲਬ ਉਸਦੇ ਜਿਹੜੇ ਘਰ ਦੇ ਸੀ ਅਮੀਰ ਸਨ, ਹਰ ਪੱਖੋਂ ਖੁਸ਼ਹਾਲ ਸੀ। ਪਰ ਜਿਹੜਾ ਬੱਚਾ ਸੀ ਉਹ ਪੜ੍ਹਾਈ ਵਿੱਚ ਕੀ ਸੀ, ਨਲਾਇਕ ਸੀ। ਉਸਨੂੰ ਕਬੂਤਰ, ਤਿੱਤਰ ਘਰ ਵਿੱਚ ਉਹਨਾਂ ਦੇ ਖੰਭ ਕੱਟ ਕੇ ਕੈਦ ਕਰਕੇ ਰੱਖਣ ਦਾ ਸ਼ੌਂਕ ਸੀ। ਮਤਲਬ ਉਹਨਾਂ ਦੇ ਖੰਭ ਕੱਟ ਦਿੰਦਾ ਸੀ ਤਾਂ ਕਿ ਉਹ ਉੱਡ ਨਾ ਸਕਣ ਅਤੇ ਉਹਨਾਂ ਨੂੰ ਕੈਦ ਕਰਕੇ ਰੱਖਦਾ ਸੀ। ਪਹਿਲਾਂ ਤਾਂ ਉਸਨੇ ਕੁਝ ਚੀਨੇ, ਗੋਲੇ, ਕਬੂਤਰ, ਤਿੱਤਰ ਆਪਣੇ ਘਰ ਵਿੱਚ ਉਹਨਾਂ ਦੇ ਖੰਭ ਕਤਰ ਕੇ ਰੱਖ ਲਏ। ਇੱਕ ਦਿਨ ਕੀ ਹੋਇਆ, ਪਿੰਡ ਤੋਂ 4-5 ਕਿਲੋਮੀਟਰ ਦੀ ਦੂਰੀ 'ਤੇ ਉਹ ਆਪਣੇ ਦੋਸਤਾਂ ਨਾਲ ਘੁੰਮਣ ਚਲਾ ਗਿਆ। ਉੱਥੇ ਇੱਕ ਦਰਖਤ ਦੇ ਖੋਲ ਵਿੱਚ ਵਾਰੋ ਵਾਰੀ ਵੜਦੇ ਤੋਤੇ ਅਤੇ ਤੋਤੀ ਨੂੰ ਦੇਖਿਆ। ਉਸ ਨੂੰ ਸ਼ੱਕ ਪੈ ਗਿਆ ਕਿ ਖੋਲ ਦੇ ਵਿੱਚ ਜ਼ਰੂਰ ਤੋਤੀ ਦੇ ਬੱਚੇ ਹੋਣਗੇ। ਜਦੋਂ ਥੋੜ੍ਹੇ ਚਿਰ ਬਾਅਦ ਦੇਖਿਆ ਤਾਂ ਤੋਤਾ ਤੋਤੀ ਫਿਰ ਉਡਾਰੀ ਮਾਰ ਗਏ। ਗੋਪੀ ਨੇ ਦੇਖਿਆ, ਉਸ ਨੂੰ ਖੋਲ ਨੂੰ ਖੋਦਣਾ ਸ਼ੁਰੂ ਕੀਤਾ ਅਤੇ ਦੇਖਿਆ ਕਿ ਥੋੜ੍ਹੀ ਦੇਰ ਬਾਅਦ ਤੋਤੀ ਦੇ ਜਿਹੜੇ ਬੱਚੇ ਨੇ ਉਹ ਬਾਹਰ ਆ ਗਏ ਅਤੇ ਉਸਨੇ ਰੁਮਾਲ ਦੇ ਵਿੱਚ ਉਸਨੂੰ ਪੂਰੀ ਤਰ੍ਹਾਂ ਦਬੋਚ ਲਿਆ। ਬਾਕੀ ਸਾਥੀਆਂ ਨੇ ਉਸਨੂੰ ਬਹੁਤ ਸਮਝਾਇਆ ਕਿ ਗੋਪੀ ਤੂੰ ਇਹ ਕਰਤੂਤ ਨਾ ਕਰ, ਪਰੰਤੂ ਉਹ ਇਸ ਗੱਲ ਨੂੰ ਨਹੀਂ ਸੁਣਿਆ। ਉਸਨੇ ਸਾਰੇ ਜਣੇ ਹਜੇ ਖੋਲ ਦੇ ਨਜ਼ਦੀਕ ਹੀ ਖੜ੍ਹੇ ਸਨ ਕਿ ਉਹਨੂੰ ਸਮਝਾ ਰਹੇ ਸੀ ਕਿ ਤੋਤਾ ਤੋਤੀ ਮੂੰਹ ਦੇ ਚੋਗ ਵਿੱਚ ਚੁੰਝਾਂ ਮਾਰ ਕੇ ਲਿਆਏ ਹਨ। ਮਤਲਬ ਉਹਨਾਂ ਦੇ ਵਿੱਚ ਮੂੰਹ ਦੇ ਵਿੱਚ ਲੈ ਕੇ ਆਏ ਨੇ ਕਿ ਉਹਨਾਂ ਨੂੰ ਕੁਝ ਖਾਣਾ ਦੇ ਸਕਣ। ਥੋੜ੍ਹੇ ਚਿਰ ਬਾਅਦ ਉਹ ਉਦਾਸ ਮਨਾਂ ਨਾਲ ਟਰੈਂ ਕਰਦੇ, ਰੋਂਦੇ ਕੁਰਲਾਦੇ ਖੋਲ ਦੇ ਇੱਧਰ ਉੱਧਰ ਘੁੰਮਦੇ ਰਹੇ। ਗੋਪੀ ਨੇ ਤੋਤੇ ਦੇ ਨਿੱਕੇ ਬੱਚੇ ਪਿੰਜਰੇ ਵਿੱਚ ਜਿਹੜੇ ਬੰਦ ਕਰ ਦਿੱਤੇ। ਭਾਵੇਂ ਗੋਪੀ ਉਹਨਾਂ ਨੂੰ ਰੋਜ਼ ਕੀ ਕਰਦਾ ਸੀ, ਖਾਣੇ ਵੀ ਖਵਾਉਂਦਾ ਸੀ, ਪੰਜਾਬੀ ਬੋਲਣ ਲਈ ਮਜਬੂਰ ਵੀ ਕਰਦਾ ਸੀ, ਪਰੰਤੂ ਜਿਹੜਾ ਨਾ ਤਾਂ ਬੱਚਾ ਕੋਈ ਚੰਗੀ ਤਰ੍ਹਾਂ ਖਾਵੇ ਅਤੇ ਨਾ ਹੀ ਉਸਦੇ ਮਗਰ ਮਿੱਠੂ ਰਾਮ ਜਾਂ ਗੰਗਾ ਰਾਮ ਚੂਰੀ ਖਾਣੀ ਹੈ ਆਦਿ ਬੋਲਾਂ ਦਾ ਕੋਈ ਜਵਾਬ ਦਿੰਦਾ ਸੀ। ਉਹ ਜਿਹੜਾ ਬੱਚੇ ਸਨ ਉਹ ਇਸ ਗੱਲ ਦਾ ਉਡੀਕ ਕਰ ਰਿਹਾ ਸੀ ਕਿ ਕਦੋਂ ਉਸਦੇ ਮਾਂ ਬਾਪ ਉਸਨੂੰ ਮਿਲਣਗੇ। ਉਹ ਟਰੈਂ ਕਰਦਾ, ਰੋਂਦਾ ਕੁਰਲਾਉਂਦਾ ਰਹਿੰਦਾ। ਉੱਧਰ ਵਿਚਾਰੇ ਤੋਤਾ ਤੋਤੀ ਭਾਰੀ ਉਦਾਸ ਰਹਿਣ ਲੱਗ ਪਏ ਕਿਉਂਕਿ ਉਹਨਾਂ ਦੇ ਮਸਾਂ ਪਹਿਲਾ ਬੱਚਾ ਹੋਇਆ ਸੀ ਅਤੇ ਉਹ ਵੀ ਉਹਨਾਂ ਤੋਂ ਚਲਾ ਗਿਆ। 3-4 ਮਹੀਨਿਆਂ ਬਾਅਦ ਕੀ ਹੋਇਆ ਕਿ ਗੋਪੀ ਨੂੰ ਕੈਦ ਕੀਤਾ ਗਿਆ। ਹੁਣ ਦੇਖੋ, ਉਸਨੇ ਤੋਤੇ ਦੇ ਬੱਚੇ ਨੂੰ ਕੈਦ ਕੀਤਾ ਸੀ ਤਾਂ ਉਸ ਦੇ ਨਾਲ ਕੀ ਹੋਇਆ ਕਿ ਕੁਝ ਲਾਲਚੀ ਲੋਕਾਂ ਨੇ ਉਸ ਨੂੰ ਗਲਤ ਤਰੀਕੇ ਨਾਲ ਕੀ ਕਰ ਲਿਆ, ਅਗਵਾ ਕਰ ਲਿਆ। ਇਹ ਘਟਨਾ ਵਾਪਰਦੇ ਸਾਰ ਹੀ ਕੀ ਹੋਇਆ, ਗੋਪੀ ਦੇ ਘਰ ਉਦਾਸੀ ਛਾ ਗਈ
क्योंकि गोपी भी अपनी माँ बाप का इकलौता पुत्र सी। अगवाकार गोपी के मापिਆਂ ਨੂੰ ਲੱਖਾਂ ਦੀ ਸੂਰਤ ਵਿੱਚ ਫਰੋਤੀ ਦੇ ਛੱਡਣ, ਮਤਲਬ ਉਹ ਮੰਗ ਰਹੇ ਸੀ, ਪੈਸੇ ਮੰਗ ਰਹੇ ਸਨ ਕਿ ਮਤਲਬ ਨਹੀਂ ਤਾਂ ਅਸੀਂ ਉਸ ਨੂੰ ਜਾਨੋਂ ਮਾਰ ਦੇਵਾਂਗੇ, ਧਮਕੀਆਂ ਦਿੰਦੇ ਸਨ। ਗੋਪੀ ਦੇ ਮਾਪਿਆਂ ਨੇ ਕੀ ਕੀਤਾ, ਉਹਨਾਂ ਦੀ ਮੰਗ ਵੀ ਮੰਨ ਲਈ। ਉਹ ਜ਼ਮੀਨ ਜਾਇਦਾਦ ਘਰ-ਬਾਰ ਵੇਚ ਕੇ ਸਾਰਾ ਕੁਛ ਨਹੀਂ ਚੁਕਾ ਸਕਦੇ ਸਨ, ਵੀ ਜਿੰਨੀ ਉਹਨਾਂ ਨੇ ਮੰਗ ਮੰਗੀ ਸੀ ਉਹ ਨਹੀਂ ਪੂਰੀ ਕਰ ਸਕਦੇ ਸਨ। 15-20 ਦਿਨ ਤਾਂ ਉਹਨਾਂ ਨੇ ਕੀ ਕੀਤਾ, ਗੋਪੀ ਨੂੰ ਬੰਦੀ ਬਣਾ ਕੇ ਰੱਖਿਆ। ਉਸ ਤੋਂ ਬਾਅਦ ਉਹਨਾਂ ਨੇ ਅਗਵਾਕਾਰਾਂ ਦੀ ਪੂਰਤੀ ਪੂਰੀ ਨਾ ਹੋਣ 'ਤੇ ਉਸ ਨੂੰ ਕੀ ਕੀਤਾ, ਵੀ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੀ ਮੰਗ ਨਹੀਂ ਪੂਰੀ ਹੋਈ ਤਾਂ ਉਸਨੇ ਉਹਨਾਂ ਨੇ ਗੋਪੀ ਨੂੰ ਲਿਜਾ ਕੇ ਦੂਰ ਕਿਸੇ ਜੰਗਲਾਂ ਦੇ ਵਿੱਚ, ਬੀਆਬਾਨ ਵਿੱਚ, ਜੰਗਲ ਵਿੱਚ ਕੁੱਟ-ਕੁੱਟ ਕੇ, ਮਤਲਬ ਜ਼ਬਰਦਸਤੀ ਬਹੁਤ ਜ਼ਿਆਦਾ ਕੁੱਟਿਆ ਅਤੇ ਉਸ ਨੂੰ ਟੋਬਿਆਂ ਦੇ ਵਿੱਚ ਸੁੱਟ ਦਿੱਤਾ। ਉੱਧਰੋਂ ਕੀ ਹੋਇਆ, ਜਿਹੜੇ ਉਹ ਤੋਤਾ ਤੋਤੀ ਸਨ ਜਿਨ੍ਹਾਂ ਦੇ ਬੱਚੇ ਉਹ ਗੋਪੀ ਚੱਕ ਕੇ ਲੈ ਕੇ ਆਇਆ ਸੀ, ਅਗਵਾ ਕਰਕੇ ਲੈ ਕੇ ਆਇਆ ਸੀ, ਮਤਲਬ ਲੈ ਕੇ ਆਇਆ ਸੀ, ਤਾਂ ਉਹਨਾਂ ਦੇ ਕੰਨ ਵਿੱਚ ਇਹ ਗੱਲ ਪੈ ਗਈ ਕਿ ਜਿਹੜਾ ਗੋਪੀ ਹੈ ਉਹ ਅਗਵਾ ਹੋ ਗਿਆ ਹੈ। ਤੋਤਿਆਂ ਅੱਗੇ ਲੋਕ ਜਿਹੜੇ ਜਾਨਵਰ ਨੇ, ਜਿਵੇਂ ਪੁੱਤਰ ਅਗਵਾ ਕੀਤੇ ਗਏ, ਅਗਵਾ ਕਰਦੇ ਸਨ, ਲੇਕਿਨ ਹੁਣ ਤਾਂ ਜ਼ਮਾਨਾ ਹੋਰ ਵੀ ਭਿਆਨਕ ਹੋ ਗਿਆ ਹੈ। ਉਹ ਤੋਤਾ ਤੋਤੀ ਆਪਸ 'ਚ ਗੱਲ ਕਰਦੇ ਨੇ ਕਿ ਚੱਲ ਆਪਾਂ ਕੀ ਕਰਨਾ ਹੈ, ਆਪਾਂ ਤਾਂ ਉਡਾਰੀ ਮਾਰ ਕੇ ਕਿਸੇ ਹੋਰ ਦੇਸ਼ ਵਿੱਚ ਚੱਲਦੇ ਹਾਂ। ਤੋਤੀ ਨੂੰ ਇੰਜ ਆਖਦਿਆਂ 3-4 ਦਿਨ ਲੰਘ ਗਏ, ਪਰ ਕਿਸੇ ਸਟੇਟ 'ਤੇ ਜਾ ਕੇ ਉਹਨਾਂ ਨੇ ਦੇਖਿਆ ਰਸਤੇ ਵਿੱਚ ਅਗਵਾ ਹੋਏ ਪੁੱਤਰ ਦੀਆਂ ਗੱਲਾਂ ਕਰ ਹੰਝੂ ਕੇਰਦੇ, ਮਤਲਬ ਆਪਣੇ ਪੁੱਤਰ ਨੂੰ ਯਾਦ ਕਰਦੇ ਉਹ ਦੁਖੀ ਹੋ ਰਹੇ ਸਨ। ਤੋਤਾ ਜਿਹੜਾ ਤੋਤੀ ਨੂੰ ਬਹੁਤ ਸਮਝਾਉਂਦਾ ਹੈ ਕਿ ਤੋਤੀਏ, ਆਪਣੀ ਮਨੁੱਖਤਾ ਨਾਲ ਗੂੜੀ ਸਾਂਝ ਹੈ। ਜੇਕਰ ਅਸੀਂ ਇਸ ਧਰਤੀ ਉੱਪਰ ਇਨਸਾਨ ਵਸਦੇ ਹਾਂ ਤਾਂ ਸਾਰੇ ਲੋਕ, ਪਸ਼ੂ ਪੰਛੀ, ਜਨ ਜੀਵਨ ਚੱਲ ਰਿਹਾ ਹੈ, ਪਰੰਤੂ ਇਨਸਾਨ ਤੋਂ ਨਫ਼ਰਤ ਨਹੀਂ ਕਰਨੀ। ਮਤਲਬ ਉਸ ਨੂੰ, ਤੋਤੀ ਨੂੰ ਨਫ਼ਰਤ ਹੋ ਗਈ ਸੀ ਕਿਉਂਕਿ ਉਹ ਇਨਸਾਨ ਨੇ ਉਹਨਾਂ ਦੇ ਪੁੱਤਰ ਨੂੰ, ਬੱਚੇ ਨੂੰ ਚੁੱਕ ਲਿਆ ਸੀ, ਇਸ ਕਰਕੇ ਉਹਨਾਂ ਤੋਂ ਨਫ਼ਰਤ ਕਰਨ ਲੱਗ ਗਈ। ਉਹ ਬੁਰੀ ਤਰ੍ਹਾਂ ਇਨਸਾਨ ਨੂੰ ਦੁਰਕਾਰ ਰਹੀ ਸੀ। ਤੋਤੀ ਨੇ ਤੋਤੇ ਨੂੰ ਕਿਹਾ ਕਿ ਉਹ ਜ਼ਿੰਦਗੀ 'ਚ ਕਦੇ ਵੀ ਇਨਸਾਨ ਦੇ ਮੂੰਹ ਨਹੀਂ ਲਾਵੇਗੀ, ਮਤਲਬ ਕਦੇ ਵੀ ਉਹਨਾਂ ਦੇ ਮੱਥੇ ਨਹੀਂ ਲੱਗੀ। ਹੁਣ ਉਹ ਦੋਨੋਂ ਜਿਹਨੇ ਤੋਤਾ ਤੋਤੀ ਕੀ ਗਏ, ਇੱਕ ਜੰਗਲ 'ਚੋਂ ਉੱਪਰੋਂ ਉੱਡ ਜਾ ਰਹੇ ਸੀ ਜਿੱਥੇ ਗੋਪੀ ਮਰ ਪਿਓ, ਮਤਲਬ ਅੱਧ ਮਰੇ ਦੀ ਹਾਲਤ ਵਿੱਚ ਸੀ। ਅਚਾਨਕ ਕੀ ਹੋਇਆ, ਤੋਤੀ ਦੇ ਕੰਨ ਵਿੱਚ ਹਾਏ ਮਾਂ ਦੀਆਂ ਆਵਾਜ਼ਾਂ ਪਈਆਂ। ਹੁਣ ਜਦੋਂ ਆਵਾਜ਼ ਹਾਏ ਮਾਂ ਦੀਆਂ ਪਈਆਂ ਤਾਂ ਤੋਤੀ ਨੂੰ ਆਪਣੇ ਪੁੱਤਰ ਦੀ ਆਵਾਜ਼ ਸੁਣਾਈ ਦਿੱਤੀ। ਉਸਨੂੰ ਐਂ ਲੱਗਿਆ ਕਿ ਕੋਈ ਦੁਖੀ ਪੁੱਤਰ ਹੈ ਕਿ ਜੋ ਕਿ ਆਪਣੀ ਮਾਂ ਨੂੰ ਆਵਾਜ਼ ਲਗਾ ਰਿਹਾ, ਵੀ ਆਪਣੀ ਮਾਂ ਨੂੰ ਪੁਕਾਰ ਰਿਹਾ। ਤੋਤਾ, ਜਦੋਂ ਉਸਨੇ ਤੋਤੇ ਨੂੰ ਕਿਹਾ ਕਿ ਮਤਲਬ ਇਹ ਲੱਗਦਾ ਹੈ ਕੋਈ ਪੁੱਤਰ ਹੈ, ਦੁਖੀ ਪੁੱਤਰ ਹੈ ਜੋ ਆਪਣੀ ਮਾਂ ਨੂੰ ਪੁਕਾਰ ਰਿਹਾ ਹੈ, ਤਾਂ ਤੋਤਾ ਅੱਗੋਂ ਕਹਿਣ ਲੱਗਾ ਕਿ ਤੋਤੀਏ ਜ਼ਰਾ ਹੋਸ਼ ਕਰ ਕਿ ਜਿੱਥੋਂ ਦੀ ਆਪਾਂ ਲੰਘ ਰਹੇ ਹਾਂ ਉਹ ਬੀਆਬਾਨ ਹੈ, ਵੀ ਇੱਥੇ ਦਾ ਕੋਈ ਭੁੱਖੇ ਮੁਰੇ ਨੂੰ ਕੋਈ ਬਾਤ ਨਹੀਂ ਪੁੱਛਦਾ, ਤੇ ਇੱਥੇ ਕੌਣ ਹੋ ਸਕਦਾ। ਜਦੋਂ ਆਪਾਂ ਖੁਦ ਹੀ ਦੁਖੀ ਹਾਂ ਤਾਂ ਆਪਾਂ ਨੂੰ ਐਂ ਲੱਗਦਾ ਕਿ ਸਾਰੇ ਹੀ ਦੁਖੀ ਹਨ। ਇਸ ਤਰ੍ਹਾਂ ਫਿਰ ਉਸ ਨੂੰ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ। ਫਿਰ ਉਸਨੇ ਸੋਚਿਆ ਕਿ ਸ਼ਾਇਦ ਮੇਰਾ ਭੁਲੇਖਾ ਲੱਗ ਰਿਹਾ ਹੈ। ਉਹ ਫਿਰ ਚੁੱਪ ਕਰਕੇ ਉੱਡੇ ਨਾਲ ਲੱਗੇ। ਉਹ ਤੋਤੇ ਨੇ ਕਿਹਾ ਕਿ ਆਪਾਂ ਕਿਸੇ ਹੋਰ ਜਗ੍ਹਾ 'ਤੇ ਰਹਿਣ ਬਸੇਰਾ ਕਰ ਲੈਂਦੇ ਆਪਣਾ। ਤੋਤੀ ਨੂੰ ਫਿਰ ਆਵਾਜ਼ ਆਈ, ਹਾਏ ਮਾਂ ਹਾਏ ਵਾਹ। ਤੋਤੀ ਨੇ ਤੋਤੇ ਨੂੰ ਕਿਹਾ, ਤੋਤਿਆ ਜ਼ਰਾ ਰੁਕ, ਮੇਰੇ ਤੋਂ ਉਡਾਨ ਨਹੀਂ ਭਰੀ ਜਾ ਰਹੀ ਕਿ ਮੈਂ ਵੀ ਇੱਕ ਮਾਂ ਹਾਂ ਤੇ ਤੂੰ ਇੱਕ ਪਿਓ ਹੈ, ਕਿ ਮਾਂ ਦਾ ਜਿਹੜਾ ਹਿਰਦਾ ਹੈ ਬੱਚਿਆਂ ਲਈ ਕੋਮਲ ਹੁੰਦਾ ਹੈ, ਪਿਓ ਦਾ ਥੋੜ੍ਹਾ ਜਿਹਾ ਲਾਪਰਵਾਹ ਹੁੰਦਾ ਹੈ। ਤੂੰ ਮੇਰੀਆਂ ਪਹਿਲਾਂ ਇੰਨੀਆਂ ਮੰਨਦਾ ਹੈ, ਅੱਜ ਇੱਕ ਗੱਲ ਹੋਰ ਮੰਨ ਲੈ ਕਿ ਆਪਾਂ 2 ਪਲ ਲਈ ਰੁਕ ਜਾਂਦੇ ਹਾਂ। ਤਾਂ ਉਹ ਕੀ ਕਰਦੇ ਨੇ, ਦੋਵੇਂ ਇੱਕ ਦਰਖਤ ਦੇ ਟਹਿਣੇ 'ਤੇ ਬੈਠ ਜਾਂਦੇ ਨੇ ਤੇ ਉੱਥੇ ਦੇਖਦੇ ਨੇ ਕਿ ਆਵਾਜ਼ ਕਿੱਥੋਂ ਆ ਰਹੀ ਹੈ। ਉਹ ਧਿਆਨ ਨਾਲ ਸੁਣਦੇ ਨੇ। ਤੋਤੀਏ, ਇਹ ਆਵਾਜ਼ ਕਿਸੇ ਦੁਖੀ ਇਨਸਾਨ ਦੀ ਹੈ, ਪਰ ਜਦੋਂ ਆਪਾਂ ਖੁਦ ਇਨਸਾਨ ਤੋਂ ਦੁਖੀ ਹਾਂ, ਉਹ ਕਹਿੰਦਾ ਕਿ ਤੂੰ ਤਾਂ ਹੁਣੇ ਕਹਿ ਰਹੀ ਸੀ ਕਿ ਆਪਾਂ ਇਨਸਾਨ ਤੋਂ ਦੁਖੀ, ਆਪਾਂ ਇਨਸਾਨ ਦੇ ਮੱਥੇ ਨਹੀਂ ਲੱਗਣਾ, ਤਾਂ ਇਹ ਜਿਹੜੀ ਆਵਾਜ਼ ਆ ਰਹੀ ਹੈ ਉਹ ਇੱਕ ਇਨਸਾਨ ਦੀ ਆ ਰਹੀ ਹੈ, ਵੀ ਆਪਾਂ ਉਹਨਾਂ ਤੋਂ ਕੀ ਲੈਣਾ। ਇਨਸਾਨ ਤਾਂ ਆਪਣੇ ਵੈਰੀ ਨੇ ਜਿਨ੍ਹਾਂ ਨੇ ਸਾਡੇ ਇਕਲੌਤੇ ਪੁੱਤਰ ਨੂੰ ਅਗਵਾ ਕਰ ਲਿਆ। ਤਾਂ ਕੀ ਹੋਇਆ, ਵੈਰੀ ਤੋਂ ਤਾਂ ਹਮੇਸ਼ਾ ਚੁਕੰਨੇ ਰਹਿਣਾ ਚਾਹੀਦਾ ਤੇ ਦੂਰ ਰਹਿਣਾ ਚਾਹੀਦਾ। ਤੋਤੇ ਨੇ ਉਸਨੂੰ ਕਿਹਾ, ਰਸਤੇ 'ਚ ਤੂੰ ਕਿੰਨਾ ਇਨਸਾਨਾਂ ਪ੍ਰਤੀ ਵਿਦਰੋਹ ਕਰ ਰਹੀ ਸੀ ਤੇ ਹੁਣ ਤੂੰ ਛੇਤੀ ਐਡੀ ਜਲਦੀ ਮੂੰਹ ਵਾਂਗੂ ਪਿਘਲ ਵੀ ਗਈ। ਤਾਂ ਤੋਤੀ ਕਹਿੰਦੀ ਹੈ ਕਿ ਨਹੀਂ, ਮੈਥੋਂ ਕਿਸੇ ਮਾਂ ਦੇ ਚੇਤੇ ਕਰ ਰਹੇ ਦੁਖੀ ਪੁੱਤਰ ਦੀ ਗੱਲ ਸਹਾਰੀ ਨਹੀਂ ਜਾਂਦੀ। ਮਤਲਬ ਦੇਖਿਆ ਨਹੀਂ ਜਾ ਰਿਹਾ ਕਿ ਜਿਹੜਾ ਕੋਈ ਦੁਖੀ ਪੁੱਤਰ ਹੈ ਉਹ ਆਪਣੀ ਮਾਂ ਨੂੰ ਪੁਕਾਰਦਾ ਹੋਵੇ। ਜਦੋਂ ਉਹਨਾਂ ਨੇ ਆਸੇ-ਪਾਸੇ ਧਿਆਨ ਮਾਰਿਆ ਤਾਂ ਉਹ ਮਰਨ ਹਾਲਤ ਵਿੱਚ ਗੋਪੀ ਕੋਲ ਜਾ ਬੈਠੇ। ਹੁਣ ਗੋਪੀ ਦੀ ਜ਼ੁਬਾਨ ਦੀ ਆਵਾਜ਼ ਵਿੱਚ ਅੱਗੇ ਮੱਧਮ ਹੋ ਗਈ ਤੇ ਉਹ ਬੇਹੋਸ਼ ਹੁੰਦਾ ਜਾ ਰਿਹਾ ਸੀ। ਜਿਉਂ ਹੀ ਤੋਤੇ ਤੋਤੀ ਨੇ ਗੋਪੀ ਦੀ ਚਿੰਤਾਜਨਕ ਹਾਲਤ ਦੇਖੀ ਤਾਂ ਉਹਨਾਂ ਦੂਰੋਂ ਫਟਾਫਟ ਪਾਣੀ ਦੇ ਚੁੰਝਾਂ ਭਰ ਕੇ ਲਿਆਏ।
ਉਹਨਾਂ ਜ਼ਖਮੀ ਗੋਪੀ ਦੇ ਮੂੰਹ ਵਿੱਚ ਪਾ ਦਿੱਤੀਆਂ। ਜਿਸ ਤਰ੍ਹਾਂ ਉਹਨਾਂ ਨੇ 3-4 ਵਾਰ ਗੋਪੀ ਨੂੰ ਪਾਣੀ ਪਿਲਾਇਆ ਤੇ ਉਸ ਦੀਆਂ ਅੱਖਾਂ ਦੇ ਪਾਣੀ ਦੇ ਛਿੱਟੇ ਮਾਰੇ। ਕੁਝ ਸਮੇਂ ਬਾਅਦ ਗੋਪੀ ਨੂੰ ਕੀ ਹੋ ਗਿਆ, ਥੋੜ੍ਹੀ ਥੋੜ੍ਹੀ ਹੋਸ਼ ਆਉਣ ਲੱਗੀ, ਪਰੰਤੂ ਜਿਹੜੀਆਂ ਉਹਦੀਆਂ ਸੱਟਾਂ ਸੀ ਇੰਨੀਆਂ ਗਹਿਰੀਆਂ ਸਨ ਕਿ ਉਹ ਪੂਰੀ ਤਰ੍ਹਾਂ ਬੋਲ ਨਹੀਂ ਸਕਦਾ ਸੀ। ਤੋਤਾ ਤੋਤੀ ਨੇ ਅੱਗੇ ਮਨ ਬਣਾ ਲਿਆ ਕਿ ਉਹ ਇਨਸਾਨ ਦੀ ਹਰ ਪੱਖੋਂ ਮਦਦ ਕਰਨਗੇ, ਉਸ ਦੀ ਪਹਿਚਾਣ ਕਰਵਾ ਕੇ ਉਸਦੇ ਮਾਪਿਆਂ ਕੋਲ ਉਸ ਨੂੰ ਪੁੱਛਦਾ ਕਰਨਗੇ ਤੇ ਆਪਣੀ ਸੇਵਾ ਨਿਭਾਉਣਗੇ। ਥੋੜ੍ਹੀ ਦੇਰ ਬਾਅਦ ਤੋਤਾ ਤੋਤੀ ਨੇ ਉਡਾਰੀ ਭਰੀ। ਕਿਸੇ ਜੱਟ ਦੇ ਕੋਠੇ ਉੱਪਰ ਸੁੱਕਣ ਲਈ ਪਈ ਕੱਚੀ ਹਲਦੀ ਨੂੰ ਚੂਰ ਚੂਰ ਕੇ ਚੁੰਝਾਂ 'ਚ ਭਰ ਲਏ, ਮਤਲਬ ਉਹਦੇ ਜ਼ਖਮਾਂ 'ਤੇ ਲਗਾਉਣ ਲਈ ਉਹ ਹਲਦੀ ਲੈ ਕੇ। ਤਾਂ ਉਹਨਾਂ ਨੇ ਕੀ ਕੀਤਾ ਕਿ ਪਾਣੀ ਵਿੱਚ ਘੋਲ ਕੇ ਅੰਦਰ ਲਗਾ ਦਿੱਤੀ ਤੇ ਇੰਨੇ ਨੂੰ ਰਾਤ ਪੈ ਗਈ। ਗੋਪੀ ਨੂੰ ਥੋੜ੍ਹਾ ਜਿਹਾ ਆਰਾਮ ਮਿਲਿਆ, ਉਹਨੂੰ ਹੌਸਲਾ ਵੀ ਹੋ ਗਿਆ ਕਿ ਸ਼ਾਇਦ ਪਰਮਾਤਮਾ ਨੇ ਉਸਨੂੰ ਜ਼ਿੰਦਗੀ ਬਖਸ਼ਣ ਲਈ ਇਹਨਾਂ ਪੰਛੀਆਂ ਨੂੰ ਭੇਜਿਆ ਹੈ। ਹੁਣ ਤੋਤਾ ਤੋਤੀ ਨੇ ਕੀ ਕੀਤਾ, ਰਾਤ ਨੂੰ ਗੋਪੀ ਦੇ ਨੇੜੇ ਇੱਕ ਦਰਖਤ 'ਤੇ ਬੈਠ ਕੇ ਵਿਸ਼ਰਾਮ ਕੀਤਾ। ਦੂਸਰੇ ਦਿਨ ਗੋਪੀ ਨੂੰ ਜਦੋਂ ਉਹਨਾਂ ਨੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਥੋੜ੍ਹਾ ਜਿਹਾ ਉਹਨਾਂ ਨੇ ਆਰਾਮ ਕੀਤਾ। ਉਸ ਤੋਂ ਬਾਅਦ ਦੇਖਿਆ ਕਿ ਗੋਪੀ ਨੂੰ ਦੇਖ ਕੇ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਇਸ ਬੱਚੇ ਨੂੰ ਉਸਦੇ ਮਾਂ-ਬਾਪ ਨਾਲ ਮਿਲਾਇਆ ਜਾਵੇ। ਸਵੇਰ ਹੋਈ, ਤੋਤਾ ਤੋਤੀ ਨੇ ਸਲਾਹ ਕੀਤੀ ਕਿ ਜੋ ਇਨਸਾਨ ਦੀ ਖਾਤਰ ਕਰ ਸਕਦਾ ਆਪਾਂ ਨਹੀਂ ਨਿਭਾ ਸਕਦੇ, ਕਿ ਆਪਾਂ ਕਰ ਵੀ ਕੀ ਸਕਦੇ ਹਾਂ, ਕਿ ਅਸੀਂ ਇੱਕ ਦੂਜੇ ਦੀ ਬੋਲੀ ਨਹੀਂ ਸਮਝ ਸਕਦੇ, ਕਿਉਂ ਨਹੀਂ ਆਪਾਂ ਕਿਸੇ ਇਨਸਾਨ ਦੇ ਮਾਪਿਆਂ ਨੂੰ ਕਿਵੇਂ ਨਾ ਸੂਚਨਾ, ਮਤਲਬ ਵੀ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਸੂਚਨਾ ਦੇਵਾਂਗੇ। ਉਹ ਦੋਵੇਂ ਗੋਪੀ ਦੇ ਕੋਲ ਜਾ ਕੇ ਫਿਰ ਗਏ ਤਾਂ ਉਹਨਾਂ ਦਾ ਮਨ ਗਦਗਦ ਹੋ ਉੱਠਿਆ, ਕਿਉਂਕਿ ਉਹ ਅੱਗੋਂ ਗੋਪੀ ਥੋੜ੍ਹਾ ਜਿਹਾ ਖੁਸ਼ ਨਜ਼ਰ ਆ ਰਿਹਾ ਸੀ, ਉਹਦੇ ਚਿਹਰੇ 'ਤੇ ਖੁਸ਼ੀ ਨਜ਼ਰ ਆ ਰਹੀ ਸੀ। ਇਸ ਮੌਕੇ 'ਤੇ ਨਾ ਤਾਂ ਤੋਤੇ ਤੋਤੀ ਨੂੰ ਮਹਿਸੂਸ ਹੋਇਆ ਕਿ ਚਲੋ ਉਹ ਵਿਅਕਤੀ ਹੈ, ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਉਹੀ ਵਿਅਕਤੀ ਹੈ ਜਿਨ੍ਹਾਂ ਨੇ ਉਹਦੇ ਬੱਚੇ ਨੂੰ ਅਗਵਾ ਕੀਤਾ ਸੀ, ਕਿਉਂਕਿ ਨਾ ਹੀ ਗੋਪੀ ਨੂੰ ਪਹਿਚਾਣ ਸੀ ਕਿ ਉਹ ਤੋਤਾ ਤੋਤੀ ਉਹੀ ਹਨ। ਤੋਤਾ ਤੋਤੀ 1-2 ਦਿਨ ਉੱਥੇ ਰੁਕੇ। ਆਪਾਂ ਦੂਰ ਨੇੜਿਓਂ ਪੇਟ ਪੂਜਾ ਕਰ ਲੈਂਦੇ ਤੇ ਕਿਵੇਂ ਨਾ ਕਿਵੇਂ ਗੋਪੀ ਵਾਸਤੇ ਵੀ ਚੁੰਝ ਵੀ ਚੜਾ ਕੇ ਖਾਣਾ ਲਿਆਂਦੀ ਤੇ ਉਸ ਨੂੰ ਖਿਲਾ ਦਿੰਦੇ, ਹਲਦੀ ਵਾਲਾ ਨੁਸਖਾ ਦਿੰਦੇ ਰਹੇ। ਹੁਣ ਗੋਪੀ ਦੀ ਸਿਹਤ ਵਿੱਚ ਬਹੁਤ ਸੁਧਾਰ ਆ ਗਿਆ ਤੇ ਉਹ ਬੋਲਣ ਪੱਖੋਂ, ਤੁਰਨ ਫਿਰਨ, ਉੱਠਣ ਬੈਠਣ ਅਜੇ ਬੁਰੀ ਤਰ੍ਹਾਂ ਅਸਮਰਥੀ ਸੀ ਕਿ ਤੋਤੀ ਫਿਰ ਤੋਤੇ ਨੂੰ ਸਲਾਹ ਦਿੰਦੀ ਹੈ ਕਿ ਆਪਾਂ ਇੱਕ ਤਰੀਕਾ ਕਿਉਂ ਨਾ ਵਰਤੀਏ ਕਿ ਆਪਾਂ ਮੋਬਾਈਲ ਫੋਨ ਲੈ ਆਈਏ। ਪਰ ਤੋਤੀ ਕਿ ਆਪਾਂ ਜਵਾਕਾਂ ਦੀਆਂ ਗੱਲਾਂ ਕਿਉਂ ਕਰ ਰਹੀ ਹਾਂ, ਕਿ ਆਪਾਂ ਕਿੱਥੋਂ ਲੈ ਕੇ ਆਵਾਂਗੇ, ਕਿ ਆਪਣਾ ਕੋਲ ਇੱਥੇ ਕਿਹੜਾ ਕੋਈ ਮਾਮਾ ਵੀ ਬੈਠਾ ਕਿ ਜਿਹੜਾ ਸਾਨੂੰ ਪੰਛੀਆਂ ਝਟਪਟ ਫੋਨ ਫੜਾ ਦੇਗਾ। ਤਾਂ ਤੋਤੇ ਨੇ ਕਿਹਾ, ਚੱਲ ਤੋਤਿਆ ਕੇਰਾ ਤੂੰ ਮੇਰੇ ਨਾਲ ਉਡਾਰ ਭਰ ਕੇ ਦੇ। ਤੋਤੀ ਦੇ ਕਹਿਣ ਸਾਰੀ ਦੋਵੇਂ ਕੁਝ ਦੂਰੀ 'ਤੇ ਵਸਦੇ ਪਿੰਡ ਉੱਪਰ ਚੱਕਰ ਲਾਉਣ ਲੱਗ ਪਏ। ਇੱਕ ਘਰ ਦੇ ਬਾਹਰ ਚਾਰਜ ਕਰਨ ਲਈ ਫੋਨ ਲਗਾਇਆ ਹੋਇਆ ਸੀ। ਹੁਣ ਉਹਨਾਂ ਦੀ ਨਿਗਾਹ ਤੋਤੀ ਦੀ ਜਿਹੜੀ ਆ ਮੋਬਾਈਲ ਫੋਨ 'ਤੇ ਪੈ ਗਈ। ਉਹਨਾਂ ਨੇ ਮੋਬਾਈਲ ਫੋਨ ਨੂੰ ਆਪਣੇ ਚੁੰਝ ਵਿੱਚ ਫਸਾਇਆ ਤੇ ਦੋਵੇਂ ਜਣੇ ਗੋਪੀ ਦੇ ਕੋਲ ਆ ਗਏ। ਉਸ ਨੂੰ ਫੋਨ ਕਰਨ ਲਈ ਇਸ਼ਾਰਾ ਕੀਤਾ। ਅੱਗੋਂ ਗੋਪੀ ਹੈ ਜਿਹੜੀ ਬੋਲ ਪਈ, ਭਾਵੇਂ ਨਹੀਂ ਸੀ ਬੋਲ ਸਕਦਾ ਪਰ ਉਸਨੇ ਸਿਆਣਪ ਦੇਖ ਕੇ ਬਹੁਤ ਮੁਸਕਰਾਇਆ ਕਿ ਤੋਤਾ ਤੋਤੀ ਉਸਦੀ ਕਿੰਨੀ ਮਦਦ ਕਰ ਰਹੇ ਹਨ। ਜਦੋਂ ਵਾਰ-ਵਾਰ ਇਸ ਤਰ੍ਹਾਂ ਹੋਇਆ ਕਿ ਗੋਪੀ ਬੋਲਣ ਤੋਂ ਅਸਮਰਥ ਸੀ। ਜਿਉਂ ਹੀ ਉਸਦੇ ਕੰਨੀ ਫੋਨ ਤੋਂ ਅੱਗੇ ਮਾਤਾ ਪਿਤਾ ਦੀ ਆਵਾਜ਼ਾਂ ਕਰਨੀਆਂ ਪਈਆਂ, ਮਤਲਬ ਉਸਨੇ ਕੋਸ਼ਿਸ਼ ਕਰ ਲਈ, ਗੋਪੀ ਨੇ ਫੋਨ ਮਿਲਾ ਲਿਆ, ਉਸਦੇ ਮਾਤਾ ਪਿਤਾ ਦੀ ਆਵਾਜ਼ਾਂ ਸੁਣੀਆਂ ਤਾਂ ਉਸਦਾ ਰੋਣਾ ਨਿਕਲ ਗਿਆ। ਉੱਧਰ ਕੁਝ ਦੂਰੀ 'ਤੇ ਬੈਠੇ ਤੋਤਾ ਤੋਤੀ ਦੇ ਵਿੱਚ ਉਸ ਤੋਤੇ ਬੋਲਣ ਦੀ ਕੰਨ ਬਲੇਲ ਪੈ ਗਈ, ਮਤਲਬ ਜਿਹੜਾ ਉਹ ਬੱਚਾ ਉਹਨਾਂ ਦੇ ਘਰੇ, ਗੋਪੀ ਦੇ ਘਰੇ ਸੀ, ਉਸਦੀ ਆਵਾਜ਼ ਤੋਤਾ ਤੋਤੀ ਨੇ ਸੁਣ ਲਈ। ਜਦੋਂ ਤੋਤੇ ਤੋਤੀ ਦੀ ਆਵਾਜ਼ ਸੁਣੀ ਤਾਂ ਉਸਦੇ ਮਾਂ-ਬਾਪ ਨੇ ਸਮਝਿਆ ਕਿ ਇਹ ਤਾਂ ਕੋਈ ਜਾਨਵਰ, ਪੰਛੀ ਬੋਲ ਰਹੇ ਨੇ, ਤਾਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਨਹੀਂ ਸਮਝ ਆਈ। ਉਹਨਾਂ ਨੇ ਕੀ ਕੀਤਾ ਕਿ ਜਿਹੜਾ ਉਹਨਾਂ ਦੇ ਘਰੇ ਤੋਤੇ ਦਾ ਬੱਚਾ ਸੀ ਮਿੱਠੂ, ਉਸ ਨੂੰ ਫੋਨ ਪਕੜਾ ਦਿੱਤਾ। ਤਾਂ ਉਹ ਜਦੋਂ ਉਹਨਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਤਾਂ ਉਹਨੂੰ ਪਤਾ ਚੱਲ ਗਿਆ ਕਿ ਜਿਹੜਾ ਉਹਨਾਂ ਦਾ ਗੋਪੀ ਹੈ ਉਹ ਮਿਲ ਗਿਆ। ਤਾਂ ਉਸ ਬੱਚੇ ਨੇ ਉੱਚੀ ਉੱਚੀ ਚਿਲਾਣਾ ਸ਼ੁਰੂ ਕਰ ਦਿੱਤਾ ਕਿ ਗੋਪੀ ਲੱਭ ਗਿਆ ਤੇ ਮੇਰੇ ਮੰਮੀ ਡੈਡੀ ਵੀ ਲੱਭ ਪਏ। ਤਾਂ ਗੋਪੀ ਦੇ ਜਿਹੜੇ ਮੰਮੀ ਡੈਡੀ ਸੀ ਉਹ ਬਹੁਤ ਖੁਸ਼ ਹੋਏ। ਉਹਨਾਂ ਨੇ ਕੀਤਾ ਕਿ ਮਿੱਠੂ ਦਾ ਕਮਲਾ ਹੋ ਗਿਆ। ਉਹਨਾਂ ਨੇ ਪਹਿਲਾਂ ਸੋਚਿਆ ਕਿ ਮਿੱਠੂ ਦਾ ਕਮਲਾ ਹੋ ਗਿਆ ਹੈ, ਕਿ ਜਾਨਵਰ ਵੀ ਫੋਨ ਕਰ ਸਕਦੇ ਨੇ। ਤਾਂ ਦੇਖਿਆ ਫਿਰ ਉਹਨਾਂ ਨੇ ਦੁਬਾਰਾ ਫਿਰ ਉਸਨੇ ਕਿਹਾ ਕਿ ਗੋਪੀ ਮਿਲ ਗਿਆ ਹੈ ਤੇ ਮੇਰੇ ਮੰਮੀ ਪਾਪਾ ਵੀ ਮਿਲ ਗਏ ਹਨ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਗੋਪੀ ਦੇ ਵਾਰਿਸ ਤੋਤਾ ਤੋਤੀ ਵੱਲੋਂ ਦੱਸੇ ਸਥਾਨ 'ਤੇ ਆਪਣੀ ਗੱਡੀ ਲੈ ਕੇ ਪਹੁੰਚ ਗਈ। ਅੱਗੇ ਜਾ ਕੇ ਦੇਖਿਆ ਤਾਂ ਕਿ ਗੋਪੀ ਹੈ ਜਿਹੜਾ ਜ਼ਖਮੀ ਹਾਲਤ 'ਚ ਪਿਆ ਸੀ, ਪਰ ਉਸਦੀ ਛਾਤੀ 'ਤੇ ਬੈਠਾ ਤੋਤਾ ਤੋਤੀ ਵੀ ਹੌਸਲਾ ਰੱਖੀ ਬੈਠੇ ਸਨ ਕਿ ਉਹਨਾਂ ਦਾ ਬੱਚਾ ਵੀ ਉਹਨਾਂ ਨੂੰ ਮਿਲ ਗਿਆ। ਉਸ ਮਾਂ-ਬਾਪ ਨੂੰ ਵਿਛੜਿਆ ਹੋਇਆ ਉਹਨਾਂ ਦਾ ਪੁੱਤਰ ਮਿਲ ਗਿਆ ਤਾਂ ਉਸ ਤੋਤੇ ਤੋਤੀ ਨੂੰ ਉਹਨਾਂ ਦਾ ਜਿਹੜਾ ਬੱਚਾ ਸੀ ਉਹ ਵੀ ਮਿਲ ਗਿਆ। ਇਸ ਤਰ੍ਹਾਂ ਗੋਪੀ ਨੇ ਉਹਨਾਂ ਮਾਪਿਆਂ ਦਾ, ਤੋਤਾ ਤੋਤੀ ਦਾ ਦਿਲੋਂ ਧੰਨਵਾਦ ਕੀਤਾ ਤੇ ਮਿੱਠੂ ਨੂੰ ਇਕੱਲੇ ਨਹੀਂ ਰਹਿਣ ਦਿੱਤਾ।
ਤੇ ਹੋਰਨਾਂ ਉਸਨੇ ਗੋਪੀ ਨੇ ਉਸ ਤੋਂ ਬਾਅਦ ਕੀ ਕੀਤਾ ਕਿ ਹੋਰਨਾਂ ਪੰਛੀਆਂ ਜਿਨ੍ਹਾਂ ਨੂੰ ਕੈਦ ਕਰਕੇ ਰੱਖਿਆ ਸੀ ਉਹਨਾਂ ਨੂੰ ਵੀ ਆਜ਼ਾਦ ਕਰ ਦਿੱਤਾ। ਇਸ ਤਰ੍ਹਾਂ ਬੱਚਿਓ ਕਿ ਜਿਹੜੇ ਪੰਛੀ ਨੇ ਲੰਬੀਆਂ ਉਡਾਰੀਆਂ ਅਸਮਾਨਾਂ ਵਿੱਚ ਮਾਰਨ ਵਾਸਤੇ ਹੁੰਦੇ ਨੇ, ਉਹਨਾਂ ਨੂੰ ਕੈਦ ਕਰਕੇ ਨਹੀਂ ਰੱਖਣਾ ਚਾਹੀਦਾ। ਇਹ ਸੀ ਬੱਚੇ ਚੈਪਟਰ। ਅੱਗੇ ਆ ਗਿਆ ਬੁੱਕ ਵਰਕ। ਇਹ ਸੀ ਬੱਚੇ ਚੈਪਟਰ। ਅੱਗੋਂ ਆ ਗਿਆ ਬੁੱਕ ਵਰਕ। ਤੋਤੇ ਨੂੰ ਘਰ ਵਿੱਚ ਕਿਸ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ? ਪਿੰਜਰੇ ਵਿੱਚ। ਪੰਛੀਆਂ ਨੂੰ ਪਿੰਜਰੇ ਵਿੱਚ ਕੈਦ ਰੱਖਣਾ ਕੀ ਹੈ? ਗੁਨਾਹ। ਗੋਪੀ ਨੇ ਦਰਖਤ ਉੱਤੇ ਕੀ ਦੇਖਿਆ? ਤੋਤਾ ਤੇ ਤੋਤੀ। ਗੋਪੀ ਨੂੰ ਮਰਿਆ ਸਮਝ ਕੇ ਕਿੱਥੇ ਸੁੱਟ ਦਿੱਤਾ ਗਿਆ ਸੀ? ਬੀਆਬਾਨ ਦੇ ਟੋਭਿਆਂ ਵਿੱਚ। ਮਿੱਠੂ ਨੇ ਗੋਪੀ ਦੇ ਮਾਪਿਆਂ ਨੂੰ ਕਿਸ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ? ਗੋਪੀ ਬਾਰੇ। ਵਾਕਾਂ 'ਚ ਵਰਤੋ। ਵਹੀਕਲ, ਸਾਰੇ ਵਹੀਕਲ ਸਹੀ ਤਰੀਕੇ ਨਾਲ ਖੜੇ ਕਰੋ। ਉਤਸੁਕਤਾ, ਉਹਨਾਂ ਦੀ ਉਤਸੁਕਤਾ ਵੱਧਦੀ ਗਈ। ਜਾਣਨ ਦੀ ਇੱਛਾ, ਉਤਸੁਕਤਾ ਮੀਨ ਜਾਣਨ ਦੀ ਇੱਛਾ। ਅਨਸਰਾਂ, ਕੁਝ ਅਨਸਰਾਂ ਨੇ ਗੋਪੀ ਨੂੰ ਅਗਵਾ ਕਰ ਲਿਆ। ਅਸਮਰਥ, ਉਹ ਗੱਲ ਕਰਨ ਤੋਂ ਅਸਮਰਥ ਸੀ। ਵਿਦਰੋਹ, ਭਾਰਤੀਆਂ ਨੇ ਵਿਦਰੋਹ ਕੀਤਾ। ਅੱਗੇ ਆ ਗਿਆ ਖਾਲੀ ਥਾਵਾਂ। ਜਿਉਂ ਹੀ ਤੋਤੇ ਤੇ ਤੋਤੀ ਦੀ ਵੀ ਗੋਪੀ ਦੇ ਅਗਵਾ ਹੋਣ ਦੀ ਗੱਲ ਕਰਨੀ ਪਈ। ਆਪਣੀ ਮਨੁੱਖਤਾ ਨਾਲ ਗੂੜੀ ਡੈਸ਼ ਹੈ, ਸਾਂਝ ਹੈ। ਤੋਤੇ ਤੇ ਤੋਤੀ ਨੇ ਦਰਖਤ 'ਤੇ ਬੈਠ ਕੇ ਵਿਸ਼ਰਾਮ ਕੀਤਾ। ਉਸਦੇ ਮਾਪਿਆਂ ਨੇ ਤੋਤੀ ਦਾ ਕੀ ਕੀਤਾ? ਧੰਨਵਾਦ। ਇੱਕ ਨਾ ਇੱਕ ਦਿਨ ਡੈਸ਼ ਜ਼ਰੂਰ ਭੁਗਤਣਾ ਪੈਂਦਾ ਹੈ, ਖਾਮਿਆਜ਼ਾ। ਉਹਨਾਂ ਆਪਣੇ ਪੰਛੀ ਬੋਲੀ ਵਿੱਚ ਆਪਸੀ ਗੱਲਾਂ ਬਾਤਾਂ ਕੀਤੀਆਂ। ਅੱਗੇ ਆ ਗਿਆ ਸਹੀ ਗਲਤ। ਗੋਪੀ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਗਲਤ। ਕੁਝ ਲਾਲਚੀ ਅਨਸਰਾਂ ਨੇ ਗੋਪੀ ਨੂੰ ਅਗਵਾ ਕਰ ਲਿਆ ਸੀ। ਸਹੀ। ਤੋਤਾ ਤੋਤੀ ਆਪ ਪੇਟ ਪੂਜਾ ਕਰ ਲੈਂਦੇ ਤੇ ਗੋਪੀ ਨੂੰ ਕੁਝ ਨਾ ਖਾਣ ਦਿੰਦੇ। ਗਲਤ। ਤੋਤਾ ਤੋਤੀ ਆਪਣੇ ਪੁੱਤਰ ਮਿੱਠੂ ਨੂੰ ਲੈ ਕੇ ਅਸਮਾਨਾਂ 'ਚ ਲੰਬੀਆਂ ਉਡਾਰੀਆਂ ਭਰ ਗਏ। ਸਹੀ। ਗੋਪੀ ਨੂੰ ਮਰਿਆ ਸਮਝ ਕੇ ਜੰਗਲ ਲੋਹੀ ਬੀਆਬਾਨ ਟੋਭੇ 'ਚ ਸੁੱਟ ਦਿੱਤਾ ਗਿਆ। ਸਹੀ। ਅੱਗੇ ਆ ਗਿਆ ਵਿਆਕਰਨ। ਇਹਦੇ ਵਿੱਚ ਵਿਸ਼ੇਸ਼ਣ ਦੀਆਂ ਕਿਸਮਾਂ ਚੁਣਨੀਆਂ ਨੇ। ਫਸਟ ਹੈ ਪੰਜਾਬੀ ਮੁੰਡੇ ਹਸਮੁਖ ਹਨ। ਹਸਮੁਖ ਕੀ ਹੈ? ਇਹਦੇ 'ਚ ਗੁਣਵਾਚਕ। ਇਹ ਲੰਬੀ ਕੁੜੀ ਹੈ, ਇਹ ਨਿਸ਼ਚੇਵਾਚਕ। ਤੇ ਲੰਬੀ ਕੀ ਹੈ? ਪਰਿਮਾਣਵਾਚਕ। ਸੁਰਿੰਦਰ ਇੱਕ ਤਕੜਾ ਬੱਚਾ ਹੈ, ਤਕੜਾ ਕੀ ਹੈ? ਗੁਣਵਾਚਕ। ਮੇਰਾ ਘਰ ਸੋਹਣਾ ਹੈ, ਮੇਰਾ ਕੀ ਹੈ? ਪਰਿਣਾਮੀ। ਉਹ ਬਹੁਤ ਸਿਆਣੀ ਔਰਤ ਹੈ, ਸਿਆਣੀ ਕੀ ਹੈ? ਗੁਣਵਾਚਕ। ਅੱਗੇ ਅੱਗੇ ਵਾਕਾਂ ਦੀ ਬਦਲੀ ਕਰੋ। ਸੱਪ ਨੇ ਬੱਚੇ ਨੂੰ ਮਾਰਿਆ। ਸੱਪਾਂ ਨੇ ਬੱਚਿਆਂ ਨੂੰ ਮਾਰਿਆ। ਬਿੱਲੀ ਨੇ ਚੂਹਾ ਖਾ ਲਿਆ। ਬਿੱਲੀਆਂ ਨੇ ਚੂਹੇ ਖਾ ਲਏ। ਪਿਤਾ ਜੀ ਨੇ ਕੁੜੀ ਨੂੰ ਸ਼ਾਬਾਸ਼ ਦਿੱਤੀ। ਪਿਤਾ ਜੀ ਨੇ ਕੁੜੀਆਂ ਨੂੰ ਸ਼ਾਬਾਸ਼ ਦਿੱਤੀਆਂ। ਕਾਂ ਨੇ ਚਿੜੀ ਦਾ ਹੱਕ ਖੋਇਆ। ਕਾਵਾਂ ਨੇ ਚਿੜੀਆਂ ਦਾ ਹੱਕ ਖੋਇਆ। ਮੈਂ ਤੇ ਮੇਰਾ ਪਰਿਵਾਰ ਜੈਪੁਰ ਗਏ। ਅਸੀਂ ਤੇ ਤੁਹਾਡਾ ਪਰਿਵਾਰ ਜੈਪੁਰ ਗਏ। ਅੱਗੇ ਆ ਗਿਆ ਵਿਸ਼ੇਸ਼ਣ ਦਿੱਤੇ ਹਨ ਵਾਕਾਂ 'ਚ। ਉਹ ਤੁਸੀਂ ਕੋਈ ਵੀ ਬਦਲ ਸਕਦੇ ਹੋ, ਜਿਵੇਂ 2 ਲੀਟਰ ਹੈ, ਮੈਨੂੰ 2 ਲੀਟਰ ਦੁੱਧ ਦੇ ਦਿਓ। ਮਿਹਨਤੀ ਬੱਚੇ ਸਫਲ ਹੁੰਦੇ ਹਨ। ਸਸਤਾ, ਇਹ ਬੈਗ ਬਹੁਤ ਸਸਤਾ ਹੈ। ਮਧਰਾ, ਉਸਦਾ ਕੱਦ ਮਧਰਾ ਹੈ। ਹੇਠਲਾ, ਉਸਦਾ ਹੇਠਲਾ ਦੰਦ ਦੁਖਦਾ ਹੈ। ਇਹ ਸੀ ਬੱਚੇ ਬੁੱਕ ਵਰਕ। ਅੱਗੇ ਪ੍ਰਸ਼ਨ ਉੱਤਰ। ਇੱਕ ਵਾਕ 'ਚ ਲਿਖੋ। ਮਾਸਟਰ ਜੀ ਨੇ ਬੱਚਿਆਂ ਨੂੰ ਕਿਹੜਾ ਸਵਾਲ ਪੁੱਛਿਆ ਕਿ ਘਰਾਂ ਵਿੱਚ ਪਾਲਤੂ ਪੰਛੀ ਤੇ ਜਾਨਵਰ ਕਿਹੜੇ ਕਿਹੜੇ ਹਨ? ਗੋਪੀ ਨੂੰ ਕਿਸ ਨੇ ਅਗਵਾ ਕੀਤਾ ਤੇ ਕਿਉਂ? ਕੁਝ ਲਾਲਚੀ ਮਨਾਂ ਦੇ ਅਨਸਰਾਂ ਨੇ ਗੋਪੀ ਨੂੰ ਘਰੋਂ ਗਲਤ ਤਰੀਕੇ ਨਾਲ ਪੈਸੇ ਉਗਰਾਉਣ ਲਈ ਅਗਵਾ ਕੀਤਾ। ਗੋਪੀ ਨੂੰ ਕਿਸ ਚੀਜ਼ ਦਾ ਸ਼ੌਂਕ ਸੀ? ਉਸ ਨੂੰ ਕਬੂਤਰ, ਤੋਤੇ ਤੇ ਤਿੱਤਰ ਘਰ ਵਿੱਚ ਇਹਨਾਂ ਦੇ ਖੰਭ ਕੱਟ ਕੇ ਕੈਦ ਰੱਖਣ ਦਾ ਭਾਰੀ ਸ਼ੌਂਕ ਸੀ। ਤੋਤਾ ਤੋਤੀ ਗੋਪੀ ਦੀ ਕਿਵੇਂ ਮਦਦ ਕਰਦੇ ਸਨ? ਉਹ ਦੂਰੋਂ ਫਟਾਫਟ ਪਾਣੀ ਦੀਆਂ ਚੁੰਝਾਂ ਭਰ ਕੇ ਲਿਆਏ ਤੇ ਜ਼ਖਮੀ ਗੋਪੀ ਦੇ ਮੂੰਹ ਵਿੱਚ ਪਾ ਦਿੱਤੀਆਂ। ਇਸ ਤਰ੍ਹਾਂ ਉਹਨਾਂ ਨੇ 3-4 ਵਾਰ ਗੋਪੀ ਨੂੰ ਪਾਣੀ ਪਿਲਾਇਆ ਤੇ ਉਹਦੀ ਅੱਖਾਂ ਦੇ ਪਾਣੀ ਦੇ ਛਿੱਟੇ ਮਾਰੇ। ਨੈਕਸਟ ਹੈ ਗੋਪੀ ਨੇ ਕੀ ਨਾ ਕਰਨ ਦੀ ਸਹੁੰ ਖਾਧੀ? ਗੋਪੀ ਨੇ ਅੱਗੇ ਤੋਂ ਕਦੇ ਵੀ ਕਿਸੇ ਪੰਛੀ ਨੂੰ ਕੈਦ ਨਾ ਕਰਨ ਦੀ ਸਹੁੰ ਖਾਧੀ। ਅੱਗੇ ਪ੍ਰਸ਼ਨ ਵਿਸਤਾਰ ਸਹਿਤ ਲਿਖੋ। ਅਸੀਂ ਆਪਣੇ ਘਰਾਂ 'ਚ ਕਿਹੜੇ ਕਿਹੜੇ ਪਸ਼ੂ ਪੰਛੀ ਪਾਲਦੇ ਹਾਂ? ਗਾਂ, ਮੱਝ, ਬੱਕਰੀ, ਘੋੜਾ, ਕੁੱਕੜ, ਕੁੱਕੜੀਆਂ, ਕਬੂਤਰ, ਤੋਤਾ ਤੇ ਕੁੱਤਾ ਆਦਿ ਘਰਾਂ ਵਿੱਚ ਪਾਲਦੇ ਹਾਂ। ਗੋਪੀ ਬਾਰੇ ਤੁਸੀਂ ਕੀ ਜਾਣਦੇ ਹੋ? ਗੋਪੀ 7ਵੀਂ ਜਮਾਤ ਦਾ ਵਿਦਿਆਰਥੀ ਹੈ। ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਭਾਵੇਂ ਉਹ ਘਰੋਂ ਸੜਦੇ ਪੁੱਜੇ ਘਰ ਦਾ ਪੁੱਤਰ ਸੀ, ਪਰ ਪੜ੍ਹਾਈ ਵਿੱਚ ਨਲਾਇਕ ਸੀ। ਉਸ ਨੂੰ ਕਬੂਤਰ, ਤੋਤੇ, ਤਿੱਤਰ ਘਰ ਵਿੱਚ ਰੱਖਣ, ਉਹਨਾਂ ਨੂੰ ਖੰਭ ਕੱਟ ਕੇ ਕੈਦ ਰੱਖਣ ਦਾ ਸ਼ੌਂਕ ਸੀ। ਗੋਪੀ ਦੀ ਚਿੰਤਾਜਨਕ ਹਾਲ ਦੇਖ ਕੇ ਤੋਤਾ ਤੋਤੀ ਨੇ ਕੀ ਕੀਤਾ ਉਹਨਾਂ ਨੇ? ਜਿਉਂ ਹੀ ਤੋਤਾ ਤੋਤੀ ਨੇ ਗੋਪੀ ਦੀ ਚਿੰਤਾਜਨਕ ਹਾਲਤ ਦੇਖੀ ਤਾਂ ਉਹਨਾਂ ਦੂਰੋਂ ਫਟਾਫਟ ਪਾਣੀ ਦੀਆਂ ਚੁੰਝਾਂ ਭਰ ਕੇ ਲਿਆਏ ਤੇ ਉਹਨਾਂ ਜ਼ਖਮੀ ਗੋਪੀ ਦੇ ਮੂੰਹ 'ਤੇ ਪਾ ਦਿੱਤੀਆਂ। ਉਹਨਾਂ ਨੇ ਮਨ ਬਣਾ ਲਿਆ ਕਿ ਗੋਪੀ ਦੀ ਮਦਦ ਕਰਨਗੇ। ਤੋਤਾ ਤੋਤੀ ਨੇ ਉਡਾਰੀ ਭਰੀ ਤੇ ਕਿਸੇ ਜੱਟ ਦੇ ਕੋਠੇ ਉੱਪਰ ਸੁੱਕਣੀ ਪਾਈ ਹੋਈ ਕੱਚੀ ਹਲਦੀ ਨੂੰ ਚੂਰ ਕੇ ਚੁੰਝਾਂ ਵਿੱਚ ਭਰ ਕੇ ਲਿਆਏ ਤੇ ਲਿਆ ਕੇ ਗੋਪੀ ਦੇ ਕੁਝ ਜ਼ਖਮਾਂ 'ਤੇ ਲਗਾ ਦਿੱਤੀ ਤੇ ਕੁਝ ਪਾਣੀ ਵਿੱਚ ਘੋਲ ਕੇ ਉਸਨੂੰ ਅੰਦਰ ਲਗਾ ਦਿੱਤੀ। ਇਸ ਤਰ੍ਹਾਂ ਉਹਨਾਂ ਨੇ ਮਦਦ ਕੀਤੀ। ਗੋਪੀ ਆਪਣੇ ਘਰਦਿਆਂ ਤੱਕ ਕਿਵੇਂ ਪਹੁੰਚਾ? ਤੋਤਾ ਤੋਤੀ ਨੇ ਮੋਬਾਈਲ ਫੋਨ ਆਪਣੀ ਚੁੰਝ ਵਿੱਚ ਫਸਾਇਆ ਤੇ ਦੋਵੇਂ ਜਣੇ ਗੋਪੀ ਕੋਲ ਆ ਪਹੁੰਚੇ। ਉਸ ਨੂੰ ਫ਼ੋਨ ਕਰਨ ਲਈ ਇਸ਼ਾਰਾ ਕੀਤਾ। ਗੋਪੀ ਨੇ ਫ਼ੋਨ ਕਰਨ ਲਈ ਇਸ਼ਾਰਾ ਕੀਤਾ। ਗੋਪੀ ਨੇ ਫ਼ੋਨ ਬੜੀ ਮੁਸ਼ਕਲ ਨਾਲ ਮਿਲਾਇਆ। ਗੋਪੀ ਬੋਲਣ ਅਸਮਰਥ ਸੀ, ਪਰ ਜਿਉਂ ਹੀ
ਉਸਦੇ ਕੰਨੀ ਮਾਤਾ ਪਿਤਾ ਦੇ ਆਵਾਜ਼ਾਂ ਪਈਆਂ ਤਾਂ ਉਸਦਾ ਰੋਣਾ ਨਿਕਲ ਗਿਆ। ਤੋਤਾ ਤੋਤੀ ਫੋਨ ਵਿੱਚ ਬੋਲੇ। ਗੋਪੀ ਦੀ ਮਾਂ ਨੇ ਪੰਛੀਆਂ ਦੀ ਆਵਾਜ਼ਾਂ ਸੁਣ ਕੇ ਉਸਦੇ ਘਰ ਰੱਖੇ ਮਿੱਠੂ ਤੋਤੇ ਦੇ ਕੰਨ ਕਰ ਦਿੱਤਾ। ਉਹਨਾਂ ਨੇ ਆਪਣੀ ਪੰਛੀ ਬੋਲੀ ਵਿੱਚ ਆਪਸੀ ਬਾਤਾਂ ਗੱਲਾਂ-ਬਾਤਾਂ ਕੀਤੀਆਂ ਅਤੇ ਮਿੱਠੂ ਨੇ ਗੋਪੀ ਦੇ ਮਾਪਿਆਂ ਨੂੰ ਗੋਪੀ ਬਾਰੇ ਦੱਸਿਆ। ਗੋਪੀ ਲੱਭ ਗਿਆ ਅਤੇ ਮੇਰੀ ਮੰਮੀ ਡੈਡੀ ਵੀ ਲੱਭ ਗਏ। ਮਿੱਠੂ ਦੀਆਂ ਗੱਲਾਂ ਸੁਣ ਕੇ ਗੋਪੀ ਦੇ ਮਾਪਿਓ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਅੰਬਰਾਂ ਵਿੱਚ ਉਡਾਰੀਆਂ ਲਗਾਉਣ ਵਾਲੇ ਜਿਹੜੇ ਪੰਛੀ ਨੇ ਉਹਨਾਂ ਨੂੰ ਪਿੰਜਰੇ ਵਿੱਚ ਕੈਦ ਕਰਕੇ ਰੱਖਣਾ ਸਭ ਤੋਂ ਵੱਡਾ ਜੁਰਮ ਹੈ ਅਤੇ ਮਨੁੱਖਤਾ ਲਈ ਮਹਾਂਪਾਪ ਹੈ। ਧੰਨਵਾਦ।